बेटा 10th क्लास ਅੱਜ ਅਸੀਂ ਹਿਸਟਰੀ ਦਾ ਨਿਊ ਚੈਪਟਰ ਸ਼ੁਰੂ ਕਰਾਂਗੇ। ਚੈਪਟਰ ਦਾ ਨੇਮ ਹੈ ਦ ਏਜ ਆਫ ਇੰਡਸਟਰੀਅਲਾਈਜੇਸ਼ਨ। ਇਹਦਾ ਮਤਲਬ ਹੈ ਕਿ ਇੰਡਸਟਰੀਅਲਾਈਜੇਸ਼ਨ ਦਾ ਜਿਹੜਾ ਯੁੱਗ ਸੀਗਾ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ। ਇਹਦੇ ਵਿੱਚ ਇਸ ਚੈਪਟਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ, ਸ਼ੁਰੂਆਤ ਕਰਾਂਗੇ ਯੂਰਪ ਤੋਂ, ਇੰਗਲੈਂਡ ਤੋਂ, ਕਿ ਇੰਗਲੈਂਡ ਦੇ ਵਿੱਚ ਔਰ ਯੂਰਪ ਦੇ ਵਿੱਚ ਕਿਵੇਂ ਇੰਡਸਟਰੀਅਲ ਰੈਵੋਲੂਸ਼ਨ ਦੀ ਸ਼ੁਰੂਆਤ ਹੋਈ। ਇੰਡਸਟਰੀਅਲ ਰੈਵੋਲੂਸ਼ਨ ਜਦੋਂ ਆਇਆ ਸੀਗਾ ਇੰਗਲੈਂਡ ਦੇ ਵਿੱਚ ਆਇਆ ਸੀ ਸਭ ਤੋਂ ਪਹਿਲਾਂ, ਔਰ ਉੱਥੇ ਫੈਕਟਰੀਜ਼ ਲਗਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਮਸ਼ੀਨਸ ਇੰਸਟਾਲ ਕੀਤੀਆਂ ਗਈਆਂ ਔਰ ਮਸ਼ੀਨਸ ਦੇ ਨਾਲ ਬਹੁਤ ਜ਼ਿਆਦਾ ਬਲਕ ਦੇ ਵਿੱਚ ਪ੍ਰੋਡਕਸ਼ਨ ਕੀਤੀ ਗਈ ਅਲੱਗ-ਅਲੱਗ ਤਰ੍ਹਾਂ ਦੇ ਮਟੀਰੀਅਲਸ ਦੀ। ਔਰ ਇਸੇ ਚੀਜ਼ ਨੂੰ ਜਿਹੜਾ ਹੈ, ਇਸੇ ਫੇਜ਼ ਨੂੰ ਅਸੀਂ ਇੰਡਸਟਰੀਅਲਾਈਜੇਸ਼ਨ ਦਾ ਨਾਮ ਦਿੰਦੇ ਹਾਂ। ਉਸ ਚੀਜ਼ ਬਾਰੇ ਡਿਟੇਲ ਨਾਲ ਡਿਸਕਸ ਕਰਾਂਗੇ। ਸ਼ੁਰੂਆਤ ਦੀ ਜਿਹੜੀ ਹੈ ਹੋਏਗੀ ਇਸ ਚੀਜ਼ ਤੋਂ ਕਿ ਅਰਲੀ ਇੰਡਸਟਰੀਅਲਾਈਜੇਸ਼ਨ ਕੀ ਸੀਗਾ। ਸ਼ੁਰੂਆਤ ਦੇ ਵਿੱਚ ਇੰਗਲੈਂਡ ਦੇ ਵਿੱਚ ਜਿਹੜਾ ਹੈ ਇੰਡਸਟਰੀਅਲਾਈਜੇਸ਼ਨ ਹੋਣ ਤੋਂ ਪਹਿਲਾਂ ਕਿਵੇਂ ਹੱਥ ਨਾਲ ਪ੍ਰੋਡਕਸ਼ਨ ਕੀਤੀ ਜਾਂਦੀ ਸੀ ਔਰ ਉਹ ਪ੍ਰੋਡਕਸ਼ਨ ਦੂਜੇ ਦੇਸ਼ਾਂ ਨੂੰ ਭੇਜੀ ਜਾਂਦੀ ਸੀ। ਉਸ ਤੋਂ ਬਾਅਦ ਮੇਨ ਇੰਡਸਟਰੀਅਲਾਈਜੇਸ਼ਨ ਪੜ੍ਹਾਂਗੇ ਜਿਹਦੀ ਕਿ ਸ਼ੁਰੂਆਤ ਆਲਮੋਸਟ 1760 ਤੋਂ ਹੋਈ ਸੀਗੀ। ਦੈਨ ਉਸ ਤੋਂ ਬਾਅਦ ਡਿਟੇਲ 'ਚ ਡਿਸਕਸ ਕੀਤਾ ਜਾਏਗਾ ਕਿੰਨਾ ਕਿੰਨਾ ਫੀਲਡਸ ਦੇ ਵਿੱਚ ਇੰਡਸਟਰੀਅਲਾਈਜੇਸ਼ਨ ਹੋਇਆ ਔਰ ਕਿਵੇਂ ਪ੍ਰੋਡਕਸ਼ਨ ਵਧੀ, ਐਕਸਪੋਰਟ ਵਧੀ ਉਸ ਚੀਜ਼ ਦੀ। ਦੈਨ ਹੌਲੀ ਹੌਲੀ ਇੰਡੀਆ ਵੱਲ ਆਵਾਂਗੇ ਆਪਾਂ ਅਸੀਂ ਕਿ ਕੋਲੋਨੀਜ਼ ਦੇ ਵਿੱਚ ਕਿਵੇਂ ਇੰਡਸਟਰੀਅਲਾਈਜੇਸ਼ਨ ਆਇਆ। ਇੰਡਸਟਰੀਅਲਾਈਜੇਸ਼ਨ ਤੋਂ ਪਹਿਲਾਂ ਕੋਲੋਨੀਜ਼ ਖਾਸ ਕਰ ਇੰਡੀਆ ਦੇ ਵਿੱਚ ਕੀ ਹਾਲਾਤ ਸੀਗੇ, ਕਿਸ ਤਰ੍ਹਾਂ ਹੱਥ ਦੇ ਨਾਲ ਪ੍ਰੋਡਕਸ਼ਨ ਹੁੰਦੀ ਸੀਗੀ। ਫਿਰ ਕਿਵੇਂ ਇੰਗਲੈਂਡ ਤੋਂ ਬਣਿਆ ਹੋਇਆ ਇੰਡਸਟਰੀ ਦੇ ਵਿੱਚ ਬਣਿਆ ਇੰਗਲੈਂਡ ਦੀ ਇੰਡਸਟਰੀ 'ਚ ਬਣਿਆ ਹੋਇਆ ਮਟੀਰੀਅਲ ਹਿੰਦੁਸਤਾਨ ਪਹੁੰਚਿਆ। ਉਸ ਤੋਂ ਬਾਅਦ ਹੌਲੀ ਹੌਲੀ ਹਿੰਦੁਸਤਾਨੀਆਂ ਨੇ ਖੁਦ ਆਪਣੀਆਂ ਫੈਕਟਰੀਜ਼ ਲਗਾਈਆਂ ਜਿਨ੍ਹਾਂ ਦੇ ਵਿੱਚ ਮਸ਼ੀਨਸ ਦੇ ਰਾਹੀਂ ਜਿਹੜਾ ਇੰਡਸਟਰੀਅਲ ਪ੍ਰੋਡਕਸ਼ਨ ਕੀਤੀ ਗਈ। ਸੋ ਸਾਰਾ ਕੁਝ ਡਿਸਕਸ ਕੀਤਾ ਜਾਏਗਾ। ਸਟਾਰਟ ਜਿਹੜੀ ਹੈ ਯੂਰਪ ਤੋਂ ਹੋਏਗੀ। ਇਸ ਚੈਪਟਰ ਦੀ ਸ਼ੁਰੂਆਤ ਹੁੰਦੀ ਹੈ ਇਸ ਪੋਰਟਰੇਟ ਤੋਂ। ਇਸ ਪੋਰਟਰੇਟ ਦਾ ਹੈਡਿੰਗ ਹੈ ਡਾਊਨ ਆਫ ਦ ਸੈਂਚਰੀ, ਕਿ ਇੱਕ ਨਵੀਂ ਸੈਂਚਰੀ ਦਾ ਆਗਾਜ਼, ਇੱਕ ਨਵੀਂ ਸੈਂਚਰੀ ਦੀ ਸ਼ੁਰੂਆਤ ਹੋ ਰਹੀ ਹੈ। ਇਹ ਐਕਚੁਅਲੀ ਸਿੰਬਲਾਈਜ਼ ਕਰ ਰਿਹਾ ਹੈ ਏਜ ਆਫ ਇੰਡਸਟਰੀਅਲਾਈਜੇਸ਼ਨ ਨੂੰ, ਕਿ ਇੱਕ ਨਵਾਂ ਯੁੱਗ ਆ ਰਿਹਾ ਹੈ, ਉਹ ਹੈ ਇੰਡਸਟਰੀਅਲਾਈਜੇਸ਼ਨ ਦਾ ਯੁੱਗ। ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਮਾਰਚ ਐਂਡ 2 ਸਟੈਪ, ਕਿ ਅੱਗੇ ਕਦਮ ਵਧਾਏ ਜਾ ਰਹੇ ਨੇ, 2 ਕਦਮ ਅੱਗੇ। ਇਹਦੇ 'ਚ ਤੁਸੀਂ ਦੇਖ ਸਕਦੇ ਹਾਂ ਇੱਕ ਲੇਡੀ ਜਿਹੜੀ ਹੈ ਉਹ ਜਿਹੜੀ ਕਿਵੇਂ ਸਿਗਨੀਫਾਈ ਕਰ ਰਹੀ ਹੈ ਇੰਡਸਟਰੀਅਲ ਰੈਵੋਲੂਸ਼ਨ ਨੂੰ, ਅਸੀਂ ਡਿਟੇਲ ਨਾਲ ਪੜ੍ਹਾਂਗੇ। ਫਿਗਰ 1 ਜਿਹੜੀ ਹੈ ਦਾ ਨਾਮ ਹੈ ਡਾਨ ਆਫ ਦ ਸੈਂਚਰੀ। ਇਹਨੂੰ ਈ.ਟੀ. ਪੌਲ ਮਿਊਜ਼ਿਕ ਕੰਪਨੀ ਨੇ ਪਬਲਿਸ਼ ਕਰਵਾਇਆ ਸੀਗਾ ਇਸ ਬੁੱਕ ਨੂੰ, ਔਰ ਬੁੱਕ ਦਾ ਕਵਰ ਹੈ, ਇੱਕ ਮਿਊਜ਼ੀਕਲ ਬੁੱਕ ਦਾ ਕਵਰ ਹੈ ਜੋ ਕਿ ਇੰਡਸਟਰੀਅਲ ਰੈਵੋਲੂਸ਼ਨ ਨੂੰ ਸਿਗਨੀਫਾਈ ਕਰ ਰਿਹਾ ਹੈ। ਇੰਗਲੈਂਡ ਦੇ ਵਿੱਚ 1900 ਦੇ ਵਿੱਚ ਜਿਹੜੀ ਬੁੱਕ ਆਈ ਸੀਗੀ। ਹਾਂਜੀ, ਸ਼ੁਰੂਆਤ 'ਚ ਅਸੀਂ ਦੇਖਦੇ ਹਾਂ ਕਿਵੇਂ ਕੀ ਕਹਿ ਰਿਹਾ ਹੈ। ਕਹਿੰਦਾ ਇਨ 1900 a popular music publisher E.T. Paul produced a music book that had a picture on the cover page announcing the dawn of the century. Figure 1 1900 ਦੇ ਵਿੱਚ ਮਿਊਜ਼ੀਕਲ ਪਬਲਿਸ਼ਰ E.T. ਪੌਲ ਨੇ ਇੱਕ ਮਿਊਜ਼ੀਕਲ ਬੁੱਕ ਜਿਹੜੀ ਹੈ ਉਹ ਪ੍ਰੋਡਿਊਸ ਕੀਤੀ ਸੀਗੀ ਔਰ ਉਸ ਬੁੱਕ ਦਾ ਕਵਰ ਅਸੀਂ ਉੱਪਰ ਦੇਖਿਆ ਹੈ। As you can see from the illustration, at the center of the picture is a goddess-like figure, the angel of progress, bearing the flag of the new country. She is gently perched on a wheel with wings symbolizing time. Her flight is taking her into the future. Floating about behind her are the signs of progress: railway, camera, machines, printing press and factory. So ਇਸ ਪਿਕਚਰ ਤੁਸੀਂ ਦੇਖ ਸਕਦੇ ਆ ਕਿ ਇੱਕ ਜਿਹੜੀ ਹੈ ਲੜਕੀ ਹੈ ਉਹ ਦਿਖਾਈ ਜਾ ਰਹੀ ਹੈ ਤੁਹਾਨੂੰ ਇਹਦੇ ਵਿੱਚ, ਜੋ ਕਿ ਐਂਜਲ ਆਫ ਪ੍ਰੋਗਰੈਸ ਹੈ, ਤਰੱਕੀ ਦੀ ਜਿਹੜੀ ਹੈ ਦੇਵੀ ਹੈ। ਔਰ ਉਹਨੇ ਹੱਥ ਦੇ ਵਿੱਚ ਆਪਣੇ ਇੱਕ ਫਲੈਗ ਪਕੜਿਆ ਹੋਇਆ ਹੈ ਜੋ ਕਿ ਨਿਊ ਸੈਂਚਰੀ ਦਾ ਫਲੈਗ ਹੈ, ਨਵੇਂ ਯੁੱਗ ਦਾ ਫਲੈਗ ਹੈ। ਅੱਗੇ ਉਹ ਦੱਸਦਾ ਹੈ ਸ਼ੀ ਇਜ਼ ਸਟੈਂਡਿੰਗ ਔਨ ਦਾ ਵੀਲ, ਇੱਕ ਪਹੀਏ ਦੇ ਉੱਪਰ ਉਹ ਖੜੀ ਹੈ ਔਰ ਇਹ ਵੀ ਜਿਹੜਾ ਹੈ ਇੰਡਸਟਰੀਅਲ ਰੈਵੋਲੂਸ਼ਨ ਨੂੰ ਸਿਗਨੀਫਾਈ ਕਰ ਰਿਹਾ ਹੈ। ਦੈਨ ਸ਼ੀ ਇਜ਼, ਜਿਹੜੇ ਪਹੀਏ ਦੇ ਉੱਪਰ ਉਹ ਖੜੀ ਹੈ ਉਹਦੇ ਵਿੰਗਸ ਨੇ, ਉਹਦੇ ਖੰਭ ਦਿਖਾਈ ਦੇ ਰਹੇ ਨੇ ਜੋ ਇਸ ਚੀਜ਼ ਨੂੰ ਸਿਗਨੀਫਾਈ ਕਰ ਰਹੇ ਨੇ ਟਾਈਮ ਨੂੰ, ਕਿ ਨਵਾਂ ਟਾਈਮ ਆ ਗਿਆ ਹੈ, ਸਾਨੂੰ ਨਵੇਂ ਯੁੱਗ ਦੇ ਵਿੱਚ ਲੈ ਕੇ ਜਾਏਗਾ ਇੰਡਸਟਰੀਅਲ ਰੈਵੋਲੂਸ਼ਨ। ਦੈਨ ਇਹ ਜਿਹੜੀ ਫਲਾਈਟ ਦੇ ਉੱਪਰ ਹੈ, ਜਿਹੜੀ ਉਡਾਨ ਦੇ ਉੱਪਰ ਹੈ, ਉਹ ਫਿਊਚਰ ਦੀ ਉਡਾਨ ਹੈ। ਔਰ ਇਸ ਲੜਕੀ ਦੇ ਪਿੱਛੇ ਤੁਸੀਂ ਸਿੰਬਲਸ ਦੇਖ ਸਕਦੇ ਹੋ, ਇੰਡਸਟਰੀਅਲ ਰੈਵੋਲੂਸ਼ਨ ਦੇ ਪ੍ਰੋਗਰੈਸ ਦੇ ਸਿੰਬਲਸ ਦੇਖ ਸਕਦੇ ਹਾਂ। ਸੋ ਇਹ ਸਿੰਬਲਸ ਤੁਸੀਂ ਦੇਖ ਸਕਦੇ ਹਾਂ ਕਿ ਇਹਦੇ ਵਿੱਚ ਕੀ ਅਲੱਗ-ਅਲੱਗ ਸਿੰਬਲ ਦਿਖਾਏ ਗਏ ਨੇ ਜਿਹੜੇ ਪਿੱਛੇ, ਜਿਵੇਂ ਕਿ ਕੈਮਰਾ ਹੈ, ਮਸ਼ੀਨਸ ਨੇ, ਪ੍ਰਿੰਟਿੰਗ ਪ੍ਰੈਸ ਹੈ, ਫੈਕਟਰੀਜ਼ ਦਿਖਾਈਆਂ ਗਈਆਂ ਨੇ। ਸੋ ਇਹ ਸਭ ਕੁਝ ਜਿਹੜਾ ਹੈ ਇਸ ਚੀਜ਼ ਨੂੰ ਸਿਗਨੀਫਾਈ ਕਰ ਰਿਹਾ ਹੈ ਕਿ ਇੰਡਸਟਰੀਅਲ ਰੈਵੋਲੂਸ਼ਨ ਆਉਣ ਦੇ ਨਾਲ ਬਹੁਤ ਜ਼ਿਆਦਾ ਪ੍ਰੋਗਰੈਸ ਹੋਈ ਹੈ ਇੰਗਲੈਂਡ ਦੀ ਔਰ ਯੂਰਪ ਦੀ। ਸੋ ਅਸੀਂ ਮਸ਼ੀਨਸ ਤੇ ਟੈਕਨੋਲੋਜੀ ਦੀ ਗਲੋਰੀਫਿਕੇਸ਼ਨ ਦੇਖੀ ਹੈ ਫਸਟ ਪਿਕਚਰ ਦੇ ਵਿੱਚ।
ਇਸ ਤੋਂ ਬਾਅਦ ਦੱਸਦਾ ਕਿ ਫਿਗਰ ਜਿਹੜੀ 2 ਹੈ ਅੱਗੇ ਦਿਖਾਈ ਗਈ, ਉਹਦੇ ਵਿੱਚ ਵੀ ਉਹਦੇ ਕਵਰ, ਇੱਕ ਬੁੱਕ ਦਾ ਕਵਰ ਹੈ ਉਹ ਵੀ, ਔਰ ਉਸ ਪਿਕਚਰ ਦੇ ਵਿੱਚ ਵੀ ਜਿਹੜਾ ਹੈ ਮਸ਼ੀਨਸ ਔਰ ਟੈਕਨੋਲੋਜੀ ਨੂੰ ਗਲੋਰੀਫਾਈ ਕੀਤਾ ਗਿਆ ਹੋਰ ਤਰੀਕੇ ਦੇ ਨਾਲ। ਉਹਦੇ ਵਿੱਚ ਨੈਕਸਟ ਪਿਕਚਰ ਨੰਬਰ 2 ਦੇਖੋਗੇ ਅਸੀਂ ਤਾਂ ਉਹਦੇ ਵਿੱਚ 2 ਮਜੀਸ਼ੀਅਨਸ ਨੇ, ਠੀਕ ਹੈ ਜੀ। ਜਿਵੇਂ ਨੈਕਸਟ ਪੇਜ ਦੇ ਉੱਪਰ ਤੁਸੀਂ ਦੇਖ ਸਕਦੇ ਹਾਂ, ਇਹ ਪਿਕਚਰ ਹੈ ਫਿਗਰ ਨੰਬਰ 2 ਦਾ ਮਜੀਸ਼ੀਅਨਸ, ਜਾਦੂਗਰਾਂ ਦੀ ਪਿਕਚਰ ਹੈ, 2 ਮਜੀਸ਼ੀਅਨਸ ਦੀ। ਇਨਲੈਂਡ ਪ੍ਰਿੰਟਰਸ ਦੇ ਵਿੱਚ ਪਬਲਿਸ਼ ਕੀਤੀ ਗਈ ਸੀਗੀ 26 ਜਨਵਰੀ 1901 ਨੂੰ। 2 ਮਜੀਸ਼ੀਅਨ ਦਿਖਾਏ ਗਏ ਨੇ, ਉੱਪਰ ਅਲਾਦੀਨ ਦਿਖਾਇਆ ਗਿਆ ਹੈ ਜੋ ਕਿ ਈਸਟ ਨੂੰ, ਓਰੀਐਂਟ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਓਰੀਐਂਟ ਜਿਹੜਾ ਹੈ ਐਕਚੁਅਲੀ ਈਸਟਰਨ ਕੰਟਰੀਜ਼ ਨੂੰ ਕਹਿੰਦੇ ਸੀਗੇ, ਮੈਡੀਟੇਰੇਨੀਅਨ ਸੀ ਤੋਂ ਈਸਟ ਵਾਲੇ ਪਾਸੇ ਨੂੰ ਜਿਹੜੇ ਕੰਟਰੀ ਸੀਗੇ ਉਹਨਾਂ ਨੂੰ ਈਸਟ ਜਾਂ ਓਰੀਐਂਟ ਦਾ ਨਾਮ ਦਿੱਤਾ ਜਾਂਦਾ ਸੀ, ਜਿਵੇਂ ਇੰਡੀਆ ਵੀ ਓਰੀਐਂਟ ਦੇ ਵਿੱਚ ਹੀ ਹੁੰਦਾ ਹੈ। ਔਰ ਦੂਜੇ ਪਾਸੇ ਵੈਸਟਰਨ ਕਲਚਰ ਨੂੰ ਰਿਪਰੈਜ਼ੈਂਟ ਕਰ ਰਿਹਾ ਮਾਡਰਨ ਮਕੈਨਿਕ। ਸੋ ਜਿਹੜਾ ਅਲਾਦੀਨ ਹੈ ਇਹਨੇ ਇਹਦੇ ਕੋਲ ਇੱਕ ਮੈਜੀਕਲ ਲੈਂਪ ਦਿਖਾਈ ਦੇ ਰਿਹਾ ਤੁਹਾਨੂੰ, ਮੈਜੀਕਲ ਲੈਂਪ ਦੇ ਨਾਲ ਇਹਨੇ ਪਿੱਛੇ ਇੱਕ ਬਹੁਤ ਹੀ ਬਿਊਟੀਫੁਲ ਪੈਲੇਸ ਜਿਹੜਾ ਹੈ ਉਹ ਕੰਸਟਰਕਟ ਕਰ ਦਿੱਤਾ ਹੈ। ਦੂਜੇ ਪਾਸੇ ਨੀਚੇ ਮਾਡਰਨ ਮਕੈਨਿਕ ਹੈ ਜਿਹਨੇ ਕਿ ਜਿਹਦੇ ਕੋਲ ਸਕਿੱਲ ਬਹੁਤ ਹੈ, ਨੌਲੇਜ ਬਹੁਤ ਹੈ, ਐਜੂਕੇਟਿਡ ਹੈ। ਆਪਣੀ ਸਕਿੱਲ ਦੇ ਨਾਲ ਉਹਨੇ ਜਿਹੜਾ ਹੈ ਇੰਜੀਨੀਅਰਿੰਗ ਸਕਿੱਲ ਦੇ ਨਾਲ ਉਹਨੇ ਵੱਡੀਆਂ ਵੱਡੀਆਂ ਬਿਲਡਿੰਗਸ ਬਣਾ ਦਿੱਤੀਆਂ ਨੇ, ਬ੍ਰਿਜਿਸ ਬਣਾ ਦਿੱਤੀਆਂ ਨੇ, ਸ਼ਿਪਸ ਬਣਾਈਆਂ ਨੇ। ਸੋ ਐਕਚੁਅਲੀ ਜਿਹੜਾ ਹੈ ਇਹਦੇ ਵਿੱਚ ਦਿਖਾਇਆ ਗਿਆ ਹੈ ਕਿ ਜਿਹੜਾ ਵੈਸਟ ਹੈ ਇਟ ਇਜ਼ ਮੱਚ ਬੈਟਰ ਟੂ ਦਾ ਈਸਟ, ਕਿ ਵੈਸਟ ਜਿਹੜਾ ਹੈ ਬਹੁਤ ਬਿਹਤਰ ਹੈ ਕਿਉਂਕਿ ਇਹਨਾਂ ਕੋਲ ਐਜੂਕੇਸ਼ਨ ਹੈ, ਨੌਲੇਜ ਹੈ, ਸਕਿੱਲ ਹੈ। ਔਰ ਜਿਹੜਾ ਈਸਟ ਹੈ ਉਹਨੂੰ ਦਿਖਾਇਆ ਗਿਆ ਪਿਕਚਰ ਦੇ ਵਿੱਚ ਕਿ ਉਹ ਪਿਛਾਂਹ ਖਿੱਚੂ ਹੈ, ਟ੍ਰੈਡੀਸ਼ਨਲ ਹੈ ਔਰ ਬੈਕਵਰਡ ਹੈ। ਸੋ ਜਿਵੇਂ ਕਿ ਇੱਥੇ ਵੀ ਇਹਨਾਂ ਨੇ ਬੁੱਕ ਦੇ ਵਿੱਚ ਇਹੀ ਗੱਲ ਦੱਸੀ ਹੈ ਕਿ ਅਲਾਦੀਨ ਜਿਹੜਾ ਹੈ ਈਸਟ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਟ੍ਰੈਡੀਸ਼ਨ ਨੂੰ ਰਿਪਰੈਜ਼ੈਂਟ ਕਰ ਰਿਹਾ, ਪਾਸਟ ਨੂੰ, ਲੇਕਿਨ ਜਿਹੜਾ ਵੈਸਟ ਹੈ, ਵੈਸਟਰਨ ਮਕੈਨਿਕ ਹੈ, ਉਹ ਵੈਸਟ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਔਰ ਮਾਡਰਨ ਟਾਈਮ ਨੂੰ ਰਿਪਰੈਜ਼ੈਂਟ ਕਰ ਰਿਹਾ, ਜਿਹਦੇ ਵਿੱਚ ਕਿ ਇੰਡਸਟਰੀਜ਼ ਲਗਾਈਆਂ ਗਈਆਂ ਨੇ, ਵੱਡੀ ਵੱਡੀ ਇਨਵੈਂਸ਼ਨਸ ਹੋਈਆਂ ਨੇ। ਸੋ ਥੀਸ ਇਮੇजेस ਆਫਰ ਅਸ ਅ ਟ੍ਰਾਇੰਫੈਂਟ ਅਕਾਊਂਟ ਆਫ ਦ ਮਾਡਰਨ ਵਰਲਡ। ਸੋ ਇਸ ਨਾ ਪਿਕਚਰਸ ਦੇ ਰਾਹੀਂ ਸਾਨੂੰ ਦਿਖਾਇਆ ਗਿਆ ਹੈ ਕਿ ਜਿਹੜਾ ਮਾਡਰਨ ਵਰਲਡ ਹੈ, ਵੈਸਟਰਨ ਵਰਲਡ ਹੈ, ਇੰਡਸਟਰੀਅਲ ਵਰਲਡ ਹੈ, ਉਹ ਅਸਲ ਦੇ ਵਿੱਚ ਜਿੱਤ ਗਿਆ ਹੈ ਪਾਸਟ ਦੇ ਉੱਪਰ। Within this account, the modern world is associated with rapid technological changes and innovations, machines and factories, railways and steamships. So ਅਸੀਂ ਇਸ ਤਰ੍ਹਾਂ ਦੇਖਦੇ ਹਾਂ ਕਿ ਮਾਡਰਨ ਵਰਲਡ ਜਿਹੜਾ ਹੈ ਇਹਨੂੰ ਸਿਗਨੀਫਾਈ ਕੀਤਾ ਗਿਆ, ਇਹਨੂੰ ਗਲੋਰੀਫਾਈ ਕੀਤਾ ਗਿਆ ਕਿ ਬੜੀ ਟੈਕਨੋਲੋਜੀਕਲ ਚੇਂਜਿਸ ਹੋਈਆਂ ਨੇ, ਨਵੀਆਂ ਖੋਜਾਂ ਹੋਈਆਂ ਨੇ, ਮਸ਼ੀਨਸ ਆ ਗਈਆਂ, ਫੈਕਟਰੀਜ਼ ਆ ਗਈਆਂ, ਰੇਲਵੇਜ਼ ਲਗਾਈਆਂ ਗਈਆਂ, ਸਟੀਮਸ਼ਿਪਸ ਆ ਗਏ। The history of industrialization thus becomes simply a story of development, and the modern age appears as a wonderful time of technological progress. ਸੋ ਇਸ ਤਰ੍ਹਾਂ ਦੇ ਨਾਲ ਇੰਡਸਟਰੀਅਲ ਰੈਵੋਲੂਸ਼ਨ ਦੇ ਨਾਲ ਪ੍ਰੋਗਰੈਸ ਨੂੰ ਜੋੜਿਆ ਗਿਆ ਹੈ। ਇੰਡਸਟਰੀਅਲ ਰੈਵੋਲੂਸ਼ਨ ਦੇ ਨਾਲ ਮਾਡਰਨ ਔਰ ਵੈਸਟਰਨ ਵਰਲਡ ਨੇ ਬਹੁਤ ਪ੍ਰੋਗਰੈਸ ਕੀਤੀ ਹੈ ਔਰ ਜਿਹੜਾ ਵਰਲਡ ਹੈ ਬਹੁਤ ਹੀ ਕਨਵੀਨੀਅੰਟ ਹੋ ਗਿਆ ਹੈ, ਬਹੁਤ ਹੀ ਜੀਣ ਲਈ ਸੌਖਾ ਹੋ ਗਿਆ। These images and associations have now become part of popular imagination. Do you not see rapid industrialization as a time of progress and modernity? ਸੋ ਜਿੱਦਾਂ ਉਹ ਦਿਖਾ ਰਹੇ ਨੇ ਵੈਸਟ ਵਾਲੇ, ਕਿ ਤੁਹਾਨੂੰ ਨਹੀਂ ਲੱਗਦਾ ਕਿ ਵਾਕਿਆ ਹੀ ਇੰਡਸਟਰੀਅਲਾਈਜੇਸ਼ਨ ਦੇ ਨਾਲ ਪ੍ਰੋਗਰੈਸ ਹੋਈ ਹੈ ਔਰ ਮਾਡਰਨਿਟੀ ਆਈ ਹੈ ਵਰਲਡ ਦੇ ਵਿੱਚ? Do you not think that the spread of railways and factories, construction of high-rise buildings and bridges is a sign of society's progress? ਕਿ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ ਕਿ ਇਹਦੇ ਨਾਲ ਜਿਹੜਾ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਹੈ, ਚਾਹੇ ਉਹ ਬਿਲਡਿੰਗਸ ਹੋਣ, ਫੈਕਟਰੀਜ਼ ਹੋਣ, ਰੇਲਵੇਜ਼ ਹੋਣ। How have these images developed and how do we relate to these ideas? Is industrialization always based on rapid technological development? Can we today continue to glorify continuous mechanization of all work? What has industrialization meant to people's lives? To answer such questions, we need to turn to the history of industrialization. ਸੋ ਅਸੀਂ ਦੇਖਿਆ ਕਿ ਇਹਨਾਂ ਪਿਕਚਰਸ ਦੇ ਰਾਹੀਂ ਗਲੋਰੀਫਾਈ ਕੀਤਾ ਗਿਆ ਇੰਡਸਟਰੀਅਲ ਰੈਵੋਲੂਸ਼ਨ, ਲੇਕਿਨ ਇਹਦਾ ਬੈਡ ਇਫੈਕਟ ਵੀ ਹੋ ਸਕਦਾ ਹੈ। ਨੈਗੇਟਿਵ ਅਤੇ ਪੋਜ਼ੀਟਿਵ ਦੋਨੋਂ ਸਾਈਡਸ ਹੁੰਦੇ ਨੇ ਕਿਸੇ ਵੀ ਐਕਟੀਵਿਟੀ ਦੇ। ਸੋ ਅਸੀਂ ਇਸ ਚੈਪਟਰ ਵਿੱਚ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇੰਡਸਟਰੀਅਲਾਈਜੇਸ਼ਨ ਦੇ ਗੁੱਡ ਅਤੇ ਬੈਡ ਐਸਪੈਕਟਸ ਕੀ ਹੋਏ ਵਰਲਡ ਦੇ ਉੱਪਰ। We will also look at this history by focusing first on Britain. ਪਹਿਲਾਂ ਬ੍ਰਿਟੇਨ ਤੇ ਫੋਕਸ ਕਰਾਂਗੇ ਜਿੱਥੇ ਕਿ ਇੰਡਸਟਰੀਅਲ ਰੈਵੋਲੂਸ਼ਨ ਦੀ ਸ਼ੁਰੂਆਤ ਹੋਈ ਸੀਗੀ। ਦੈਨ ਇੰਡੀਆ, ਉਸ ਤੋਂ ਬਾਅਦ ਇੰਡੀਆ ਦੇ ਵਿੱਚ ਵੀ ਡਿਸਕਸ ਕਰਾਂਗੇ ਕਿ ਇੰਡਸਟਰੀਅਲਾਈਜੇਸ਼ਨ ਤੋਂ ਪਹਿਲਾਂ ਇੰਡੀਆ ਕਿਹੋ ਜਿਹਾ ਸੀਗਾ ਔਰ ਨਵੀਆਂ ਇੰਡਸਟਰੀਜ਼ ਕਿਹਨਾਂ ਨੇ ਲਗਾਈਆਂ, ਕਿਵੇਂ ਇੰਡਸਟਰੀਅਲ ਚੇਂਜਿਸ ਆਈਆਂ ਹਿੰਦੁਸਤਾਨ ਦੇ ਵਿੱਚ ਜਦੋਂ ਇੰਡੀਆ ਇੱਕ ਕਲੋਨੀ ਸੀ, ਬ੍ਰਿਟਿਸ਼ ਦੀ ਕਲੋਨੀ ਸੀ। ਸੋ ਇਹ ਡਿਟੇਲ ਦੇ ਨਾਲ ਅਸੀਂ ਇਸ ਚੈਪਟਰ 'ਚ ਪੜ੍ਹਾਂਗੇ।